ਸਾਹਿਬ ਜੀ ਹੂੰ ਸੁਲਤਾਨ ਕਹਾ ਹੂੰ ਮੀਆਂ ਤੇਰੀ ਕਵਨ ਵਡਾਈ ਦੇਹ ਸੋ ਕਹਾ ਸੁਆਮੀ ਮੈਂ ਮੂਰਖ ਕਹਿਣ ਨਾ ਜਾਈ ਤੂੰ ਦੇਹ ਸੋ ਕਹਾ ਸੁਆਮੀ ਮੈਂ ਮੂਰਖ ਕਹਿਣ ਨਾ ਜਾਈ। ਸਾਹਿਬਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈਮਾਨ ਸਤਸੰਗੀ ਜਨੋ, ਵੱਡ ਭਾਗੇ ਖਾਂ ਨਿਰੰਕਾਰ ਜੋਤ ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਖੁਸ਼ੀਆਂ ਭਰੀ ਗੋਦ ਵਿੱਚ ਬੈਠ ਕੇ ਸ਼ਰਧਾ ਪ੍ਰੇਮ ਭਾਵਨਾ ਦੇ ਨਾਲ ਪਾਵਨ ਬਾਣੀ ਆਪ ਦੀ ਪੜ੍ਹ ਸੁਣ ਰਹੇ ਹੋ। ਅੱਜ ਦੇ ਪਾਵਨ ਦਿਹਾੜੇ ਦੀ ਵਿਚਾਰ ਆਪ ਜੀ ਦੇ ਨਾਲ ਸਾਂਝੀ ਕਰਨੀ ਹੈ। ਅੱਜ ਦਾ ਦਿਨ ਬੜਾ ਹੀ ਸੁਭਾਗਾ ਦਿਨ ਹੈ। ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਪੰਜਵੇਂ ਪਾਤਸ਼ਾਹ, ਉਹਨਾਂ ਦਾ ਪ੍ਰਕਾਸ਼ ਦਿਹਾੜਾ ਹੈ। ਸਭ ਤੋਂ ਪਹਿਲਾਂ ਸਤਿਗੁਰੂ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਆਪ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ। ਸਤਿਗੁਰੂ ਜੀ ਦੇ ਜੀਵਨ ਦੀ ਵਿਚਾਰ ਆਰੰਭਣ ਤੋਂ ਪਹਿਲਾਂ ਸਾਹਿਬਾਂ ਤੋਂ ਅਸੀਸ ਲਈਏ, ਗੁਰੂ ਚਰਨਾਂ ਵਿੱਚ ਹਾਜ਼ਰੀਆਂ ਲਵਾਈਏ। ਇੱਕੇ ਵਾਰੀ ਕਹਿਣ ਤੇ ਰਸਨਾ ਪਵਿੱਤਰ ਕਰੋ, ਪਿਆਰ ਸਤਿਕਾਰ ਅਤੇ ਅਦਬ ਦੇ ਨਾਲ ਗੱਜ ਵੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਪੰਜਵੇਂ ਪਾਤਸ਼ਾਹ ਦੇ ਜੀਵਨ ਦੀ ਵਿਚਾਰ ਬਾ ਕਮਾਲ ਵਿਚਾਰ ਹੈ। ਜਦੋਂ ਭੱਟ ਸਾਹਿਬਾਨਾਂ ਨੂੰ ਸਤਿਗੁਰੂ ਜੀ ਦੇ ਪਰਥਾਏ ਉਹਨਾਂ ਦੁਆਰਾ ਵੇਖਦਿਆਂ ਆਪ ਮੁਹਾਰੇ ਇੱਕ ਗੱਲ ਸਮਝ ਲੱਗ ਜਾਂਦੀ ਹੈ ਕਿ ਵੀ ਅਸੀਂ ਉਸ ਸੱਚੇ ਪਾਤਸ਼ਾਹ ਦੇ ਸਿੱਖ ਹਾਂ ਜਿਹੜਾ ਆਪ ਨਿਰੰਕਾਰ ਹੈ। ਭੱਟ ਸਾਹਿਬਾਨਾਂ ਦੇ ਬਚਨ ਬੜੇ ਕਮਾਲ ਦੇ ਬਚਨ ਨੇ। 11 ਭੱਟ ਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ। ਉਹਨਾਂ ਦੇ ਵਿੱਚੋਂ ਇੱਕ ਭੱਟ ਸਾਹਿਬਾਨ ਭੱਟ ਮਥੁਰਾ ਜੀ, ਉਹਨਾਂ ਨੇ ਬੜਾ ਪਿਆਰਾ ਬਚਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਵਾਸਤੇ ਬਾਣੀ 'ਚ ਉਚਾਰਨ ਕੀਤਾ। ਉਹ ਕਹਿੰਦੇ ਨੇ, ਹੇ ਸਤਿਗੁਰੂ, ਹੇ ਧੰਨ ਗੁਰੂ ਅਰਜਨ ਦੇਵ ਮਹਾਰਾਜ, ਜਦੋਂ ਤੇਰੇ ਵੱਲ ਵੇਖਦੇ ਆ ਨਾ, ਤੇਰੇ ਅੰਦਰ ਸਾਨੂੰ ਕੋਈ ਵਿਅਕਤੀ ਨਜ਼ਰ ਨਹੀਂ ਆਉਂਦਾ। ਤੇਰੇ ਅੰਦਰ ਸਾਨੂੰ ਕੋਈ ਮਨੁੱਖ ਨਜ਼ਰ ਨਹੀਂ ਆਉਂਦਾ। ਸੱਚ ਤਾਂ ਇਹ ਵੇ ਧੰਨ ਗੁਰੂ ਅਰਜਨ ਦੇਵ ਮਹਾਰਾਜ, ਤੈਨੂੰ ਕਦੀ ਅਸੀਂ ਇਹਨਾਂ ਅੱਖਾਂ ਦੇ ਨਾਲ ਤਨ ਕਰਕੇ ਵੇਖਿਆ ਹੀ ਨਹੀਂ। ਅਸੀਂ ਜਦੋਂ ਵੀ ਤੈਨੂੰ ਵੇਖਿਆ ਨਿਰੰਕਾਰ ਦੀ ਜੋਤ ਕਰਕੇ ਵੇਖਿਆ। ਇਸੇ ਕਰਕੇ ਅਸੀਂ ਕਹਿੰਦੇ ਹਾਂ, ਭੰਨ ਮਥੁਰਾ ਕੱਛ ਭੇਦ ਨਹੀਂ। ਤੇਰੇ ਵਿੱਚ
ਅਤੇ ਰੱਬ ਵਿੱਚ, ਨਿਰੰਕਾਰ ਵਿੱਚ ਕੋਈ ਭੇਦ ਨਹੀਂ। ਜੇ ਕੋਈ ਭੇਦ ਕੱਢਣ ਦੀ ਕੋਸ਼ਿਸ਼ ਵੀ ਕਰੇਗਾ ਨਾ ਤੇ ਉਹ ਭੇਦ ਕੱਢ ਨਹੀਂ ਪਾਏਗਾ। ਜਿੰਨਾ ਮਰਜ਼ੀ ਕੋਈ ਯਤਨ ਕਰ ਲੈ, ਜਿੰਨਾ ਮਰਜ਼ੀ ਕੋਈ ਉਪਰਾਲਾ ਕਰ ਲੈ, ਗੁਰੂ ਅਰਜਨ ਦੇਵ ਮਹਾਰਾਜ ਤੂੰ ਪ੍ਰਤੱਖ ਹਰੀ ਦਾ ਰੂਪ ਹੈ, ਭੰਨ ਮਥੁਰਾ ਕਛ ਭੇਦ ਨਹੀਂ, ਗੁਰ ਅਰਜੁਨ ਪ੍ਰਤੱਖ ਹਰ। ਫਿਰ ਦੋ ਕੁ ਬੇਨਤੀਆਂ ਮੈਂ ਬਾਣੀ ਵਿੱਚੋਂ ਹੀ ਗੁਰੂ ਦੇ ਪ੍ਰਥਾਏ ਕਰਨੀਆਂ ਚਾਹੁੰਦਾ। ਭੱਟ ਸਾਹਿਬਾਨ ਇੱਥੇ ਬਸ ਨਹੀਂ ਕਰਦੇ। ਭੱਟ ਸਾਹਿਬਾਨ ਕਹਿੰਦੇ ਆ, ਇਹ ਸੰਸਾਰ ਦੇ ਲੋਕੋ, ਇੱਕ ਗੱਲ ਸਾਡੀ ਹੋਰ ਪੱਲੇ ਨਾਲ ਬੰਨ ਲਿਓ, ਗੁਰੂ ਨੂੰ ਆਮ ਅੱਖ ਨਾਲ ਨਾ ਵੇਖਿਓ। ਜਿਸ ਬੰਦੇ ਨੇ ਸੰਸਾਰ ਭਵਜਲ ਤੋਂ ਪਾਰ ਹੋਣਾ ਉਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੂੰ ਜਪ ਲੈ, ਸੰਸਾਰ ਭਵਜਲ ਤੋਂ ਪਾਰ ਹੋ ਜਾਏਗਾ। ਤੇ ਜਦੋਂ ਮੈਂ ਇਹ ਬਚਨ ਪੜ੍ਹਦਾ ਨਾ ਅਕਸਰ ਭੱਟ ਸਾਹਿਬਾਨਾਂ ਦੇ, ਮੈਂ ਕਹਿੰਦਾ ਕਿ ਵੀ ਉਹਨਾਂ ਨੂੰ ਕਿੰਨਾ ਕੁ ਭਰੋਸਾ ਗੁਰੂ ਦੇ ਉੱਤੇ, ਕਿੰਨਾ ਕੁ ਉਹਨਾਂ ਦਾ ਸਿੱਧਕ ਹੋਏਗਾ, ਕਿੰਨਾ ਕੁ ਉਹਨਾਂ ਨੇ ਗੁਰੂ ਦੇ ਚਰਨਾਂ ਵਿੱਚ ਆਪਣੇ ਮਨ ਨੂੰ ਅਰਪਣ ਕਰ ਦਿੱਤਾ ਹੋਵੇਗਾ। ਤੇ ਅਰਪਣ ਕਰਕੇ ਉਹ ਬੋਲ ਕਹਿੰਦੇ ਆ, ਜਪਿਓ ਜਿਨ ਅਰਜੁਨ ਦੇਵ ਗੁਰੂ। ਮੈਨੂੰ ਇੱਕ ਗੱਲ ਮਾਫ ਕਰਨਾ ਕਹਿਣੀ ਪਏਗੀ, ਚਲੋ ਅੱਜ ਸਾਡੀ ਕੌਮ ਦੀ ਇੱਕ ਬਦਕਿਸਮਤੀ ਹੈ, ਆਪਾਂ ਤੇ ਗੁਰੂ ਦੇ ਨਾਮ ਦੇ ਨਾਲ ਉਹ ਸ਼ਬਦ ਵੀ ਨਹੀਂ ਲਾਉਣਾ ਚਾਹੁੰਦੇ ਜਿਹੜੇ ਭੱਟ ਸਾਹਿਬਾਨਾਂ ਨੇ ਲਾਤੇ। ਆਪਾਂ ਅੱਜ ਵੀ ਉਹਨਾਂ ਸ਼ਬਦਾਂ ਦੇ ਵਿੱਚ ਉਲਝੇ ਫਿਰਦੇ ਆ ਕਿ ਵੀ ਆਹ ਸ਼ਬਦ ਕਾਹਤੋਂ ਗੁਰੂ ਨਾਲ ਲੱਗ ਗਿਆ। ਦੇਵ ਸ਼ਬਦ ਦਾ ਬੜਾ ਰੋਲ ਕਚੋਲਾ ਸਾਡੇ ਅੰਦਰ। ਸਾਡੇ ਜਿਹੜੀ ਸਿੱਖ ਕੌਮ ਹੈ ਨਾ, ਉਹ ਬੜੇ, ਕਿਉਂਕਿ ਸਾਰੇ ਤਾਂ ਵਿਦਵਾਨ ਨੇ, ਸਾਰੇ ਆਪਣੀਆਂ ਵਿਦਵਾਨੀਆਂ, ਸਾਰੇ ਆਪਣੇ ਗਿਆਨੀ ਨੇ, ਪਰ ਮੈਂ ਬੇਨਤੀ ਕਰਾਂ ਭੱਟ ਸਾਹਿਬਾਨਾਂ ਨੂੰ ਕਿਵੇਂ ਰੋਕਾਂਗੇ ਆਪਾਂ? ਉਹਨਾਂ ਨੇ ਤੇ ਸ਼ਬਦ ਲਾਇਆ। ਹੁਣ ਉਹਨਾਂ ਨਾਲੋਂ ਉੱਚਾ ਤੇ ਨਹੀਂ ਨਾ, ਕਿਉਂਕਿ ਉਹ ਤਾਂ ਸਭ ਤੋਂ ਉੱਚੇ ਦੇ ਵਿੱਚ ਬੈਠੇ ਆ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਬੈਠੇ ਆ। ਤੇ ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਬੈਠੇ ਇਹ ਗੱਲ ਆਖਦੇ ਆ, ਜਪਿਓ ਜਿਨ ਅਰਜੁਨ ਦੇਵ ਗੁਰੂ, ਉਹ ਦੇਵ ਸ਼ਬਦ ਲਾ ਰਹੇ ਆ। ਤੇ ਸਾਨੂੰ ਲਾਉਂਦਿਆਂ ਹਿਚਕਚਾਹਟ ਬੜੀ ਹੁੰਦੀ ਹੈ ਕਿ ਵੀ ਇਹ ਕਿੱਥੋਂ ਆ ਗਿਆ ਸ਼ਬਦ। ਸਰੋ ਵਿਚਾਰ ਭੱਟ ਸਾਹਿਬਾਨ ਕਹਿੰਦੇ ਆ, ਧੰਨ ਗੁਰੂ ਅਰਜਨ ਦੇਵ ਮਹਾਰਾਜ, ਜਿਸ ਬੰਦੇ ਨੇ, ਪਰ ਜਿਸ ਮਨੁੱਖ ਨੇ ਹੇ ਵਾਹਿਗੁਰੂ, ਹੇ ਸਤਿਗੁਰੂ ਤੇਰੇ ਨਾਮ ਨੂੰ ਜਪ ਲਿਆ, ਅਸਲ ਦੇ ਵਿੱਚ ਉਹਦਾ ਜੀਵਨ ਉਹ ਜੀਵਨ ਬਣੇਗਾ, ਜਪਿਓ ਜਿਨ ਅਰਜੁਨ ਦੇਵ ਗੁਰੂ। ਫਿਰ ਸੰਕਟ ਜੋਨ ਗਰਭ ਨ ਆਇਓ, ਨਾ ਤੇ ਉਹ ਕਿਸੇ ਸੰਕਟ ਵਿੱਚ ਆਉਂਦਾ, ਨਾ ਹੀ ਗਰਭ ਦਾ ਮਤਲਬ ਹੈ, ਨਾ ਹੀ ਉਹ ਜਨਮ ਮਰਨ ਦੇ ਗੇੜ ਵਿੱਚ ਆਉਂਦਾ। ਧੰਨ ਗੁਰੂ ਸਤਿਗੁਰੂ ਜੀਓ, ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁੱਖ ਜਾਏ। ਉਹਦਾ ਦੁੱਖ ਹੀ ਦੂਰ ਹੋ ਜਾਏਗਾ ਜਿਹੜਾ ਤੇਰੇ ਨਾਲ ਜੁੜ ਜਾਏਗਾ। ਇੱਕ ਹੋਰ ਬਚਨ ਕਹਿ ਕੇ ਮੈਂ ਇਤਿਹਾਸ ਦੀ ਤੁਹਾਡੇ ਨਾਲ ਸ਼ੁਰੂਆਤ ਕਰਨੀ ਚਾਹੁੰਦਾ, ਸਿਰਫ ਗੁਰੂ ਦੀ ਉਸਤਤ। ਇੱਕ ਬਚਨ ਹੋਰ ਬੜਾ ਕਮਾਲ ਦਾ, ਮੈਂ ਸਿਰਫ ਉਹੀ ਬਚਨ ਤੁਹਾਡੇ ਨਾਲ ਸਾਂਝੇ ਕਰਦਾ ਜਿਹੜੇ ਸਾਨੂੰ ਯਾਦ ਨੇ, ਜਿਹੜੇ ਅਕਸਰ ਆਪਾਂ ਸੁਣਦੇ ਤੇ ਵਿਚਾਰਦੇ ਰਹਿੰਦੇ ਆ। ਬਹੁਤਾ ਔਖਾ ਨਹੀਂ, ਬਿਲਕੁਲ ਮੇਰੀ ਇੱਕ ਕੋਸ਼ਿਸ਼ ਹੁੰਦੀ ਹੈ ਕਿ ਵੀ ਸੌਖੀ ਜਿਹੀ ਵਿਚਾਰ ਤੁਹਾਡੇ ਨਾਲ, ਸੌਖੇ ਜਿਹੇ ਅੱਖਰਾਂ ਦੇ ਵਿੱਚ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ। ਬਹੁਤੀ ਮੁਸ਼ਕਲ ਨਹੀਂ, ਕਿਉਂਕਿ ਮੈਨੂੰ ਪਤਾ ਹੈ ਬਹੁਤੀ ਮੁਸ਼ਕਲ ਭਾਸ਼ਾ ਵੀ ਸਾਡੇ ਲਈ ਸਮਝਣੀ ਔਖੀ ਹੈ, ਤੇ ਇੱਕ ਕੋਸ਼ਿਸ਼ ਹੁੰਦੀ ਹੈ ਬਿਲਕੁਲ ਸੌਖਾ ਜਿਹਾ ਕਰਕੇ। ਇੱਕ ਬਚਨ ਹੋਰ ਭੱਟ ਸਾਹਿਬਾਨਾਂ ਦੀ ਬਾਣੀ ਵਿੱਚੋਂ, ਭੱਟ ਸਾਹਿਬਾਨ ਕਹਿੰਦੇ ਆ, ਬੰਦਾ ਸੰਸਾਰ ਦੇ ਉੱਤੇ ਬੇੜੀ ਲੱਭਦਾ, ਮੈਂ ਇਸ ਕਿਨਾਰੇ ਤੋਂ ਉਸ ਕਿਨਾਰੇ ਲੱਗ ਜਾ। ਅਸਲ ਵਿੱਚ ਹੁੰਦਾ ਇਸ ਤਰ੍ਹਾਂ ਨਾ, ਕਿਸੇ ਨੇ ਕੋਈ ਸਮੁੰਦਰ ਦੇ ਵਿੱਚ ਹੈ, ਜਹਾਜ਼ ਨੇ ਵੱਡੇ, ਉਹਨਾਂ ਵਿੱਚ ਬੈਠਾ ਹੈ ਤਾਂ ਕਿ ਮੈਂ ਉਸ ਕਿਨਾਰੇ ਜਾਣਾ। ਵੱਡੇ ਵੱਡੇ ਦਰਿਆਵਾਂ ਦੇ ਵਿੱਚ ਬੇੜੀਆਂ ਨੇ ਬੰਦੇ ਨੇ ਉਸ ਪਾਰ ਜਾਣ ਦੇ ਲਈ। ਇਹ ਤਾਂ ਬੇੜੀ ਉਹ ਹੈ ਜਿਹੜੀ ਸੰਸਾਰੀ ਬੰਦੇ ਨੂੰ ਇੱਕ ਕਿਨਾਰੇ ਤੋਂ ਦੂਜੇ ਕਿਨਾਰੇ ਤੇ ਲਾਉਂਦੀ ਹੈ। ਭੱਟ ਸਾਹਿਬਾਨ ਕਹਿੰਦੇ ਆ, ਇੱਕ ਗੱਲ ਚੇਤੇ ਰੱਖਿਓ ਦੁਨੀਆ ਦੇ ਲੋਕੋ, ਧੰਨ ਗੁਰੂ ਅਰਜਨ ਦੇਵ ਮਹਾਰਾਜ ਉਹ ਕਲਯੁਗ ਜਹਾਜ਼ ਨੇ
ਜਿਹੜਾ ਇੱਕ ਵਾਰੀ ਗੁਰੂ ਦੇ ਨਾਮ ਰੂਪੀ ਜਹਾਜ਼ ਦੇ ਵਿੱਚ ਬੈਠਦਾ ਹੈ, ਗੁਰੂ ਸੰਸਾਰ ਦੀਆਂ ਬੇੜੀਆਂ ਕਿ ਸੰਸਾਰ ਭਵਜਲ ਦੀਆਂ ਬੇੜੀਆਂ ਪਾਰ ਲਾ ਦਿੰਦਾ ਹੈ। ਉਹ ਬਚਨ ਆਪਾਂ ਪੜ੍ਹਦੇ ਹਾਂ ਸਤਿਗੁਰੂ ਜੀ ਦਾ। ਸਤਿਗੁਰੂ ਜੀ ਬਚਨ ਕਰਦੇ ਆ, ਕਲਯੁਗ ਜਹਾਜ਼ ਅਰਜਨ ਗੁਰੂ। ਇਸ ਕਲਯੁਗ ਦੇ ਅੰਦਰ ਇੱਕੋ ਇੱਕ ਜਹਾਜ਼ ਨਜ਼ਰ ਆਉਂਦਾ ਹੈ, ਉਹ ਹੈ ਧੰਨ ਗੁਰੂ ਅਰਜਨ ਦੇਵ ਮਹਾਰਾਜ। ਉਸ ਸਤਿਗੁਰੂ ਜੀ ਦਾ ਪ੍ਰਕਾਸ਼ ਸ਼੍ਰੀ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਹੁੰਦਾ ਹੈ। ਫਿਰ ਮੈਂ ਟੂਕ ਮਾਤਰ ਰੁਕਣ ਲੱਗਾ। ਇਹ ਗੋਇੰਦਵਾਲ ਸਾਹਿਬ ਦੀ ਧਰਤੀ, ਜਿਵੇਂ ਸਿਰਫ ਇੱਕ ਐਗਜ਼ਾਮਪਲ ਉਦਾਹਰਨ, ਧੰਨ ਗੁਰੂ ਨਾਨਕ ਮਹਾਰਾਜ ਜੀ ਨੇ ਕਰਤਾਰਪੁਰ ਸਾਹਿਬ ਦੀ ਧਰਤੀ ਵਸਾਈ। ਉਹ ਥਾਂ ਜੁੜ ਗਈ ਧੰਨ ਗੁਰੂ ਨਾਨਕ ਮਹਾਰਾਜ ਜੀ ਦੇ ਨਾਲ। ਧੰਨ ਗੁਰੂ ਨਾਨਕ ਮਹਾਰਾਜ ਜੀ ਨੇ ਹੁਕਮ ਕੀਤਾ ਧੰਨ ਗੁਰੂ ਅੰਗਦ ਪਾਤਸ਼ਾਹ ਨੂੰ, ਤੁਸੀਂ ਖਡੂਰ ਸਾਹਿਬ ਦੀ ਧਰਤੀ ਤੇ ਚਲੇ ਜਾਓ। ਗੁਰੂ ਅੰਗਦ ਦੇ ਮਹਾਰਾਜ ਖਡੂਰ ਸਾਹਿਬ ਦੀ ਧਰਤੀ ਤੇ ਆ ਕੇ ਉਸ ਧਰਤੀ ਨੂੰ ਭਾਗ ਲਾਉਂਦੇ ਆ। ਉਹ ਧਰਤੀ ਗੁਰੂ ਅੰਗਦ ਦੇ ਪਾਤਸ਼ਾਹ ਦੇ ਨਾਮ ਦੇ ਨਾਲ ਜਾਣੀ ਜਾਂਦੀ ਹੈ, ਸਿਜਦਾ ਉਸ ਧਰਤੀ ਨੂੰ ਵੀ। ਉਸ ਤੋਂ ਬਾਅਦ ਗੁਰੂ ਅੰਗਦ ਦੇ ਮਹਾਰਾਜ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਜਦੋਂ ਗੁਰਤਾ ਗੱਦੀ ਦਿੰਦੇ ਆ ਤੇ ਇੱਕ ਹੁਕਮ ਕਰਦੇ ਆ, ਤੁਸੀਂ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਚਲੇ ਜਾਓ। ਚਲੋ ਉਸ ਧਰਤੀ ਦਾ ਇਤਿਹਾਸ ਇੱਕ ਆਪਣਾ ਇਤਿਹਾਸ ਹੈ। ਗੋਂਦੇ ਖੱਤਰੀ ਦੇ ਕੋਲੋਂ ਉਹ ਧਰਤੀ ਸਤਿਗੁਰੂ ਜੀ ਨੇ ਮੁੱਲ ਲਈ, ਜ਼ਮੀਨ ਪੈਸੇ ਦੇ ਕੇ, ਤੇ ਸਤਿਗੁਰੂ ਜੀ ਨੇ ਉਸ ਧਰਤੀ ਦਾ ਨਾਮ, ਕਈ ਇਤਿਹਾਸਕਾਰ ਕਹਿੰਦੇ ਉਹਦੇ ਨਾਮ ਤੋਂ ਰੱਖਿਆ ਗੋਇੰਦਾ ਖੱਤਰੀ ਸੀ, ਉਹਦਾ ਨਾਮ ਰੱਖਿਆ ਗੋਇੰਦਵਾਲ। ਤੇ ਬਾਅਦ ਚੋਂ ਇੰਨੀ ਸਤਿਕਾਰੀ ਗਈ ਉਹ ਧਰਤੀ, ਕਿਉਂਕਿ ਜਿਸ ਧਰਤੀ ਤੇ ਗੁਰੂ ਦੇ ਚਰਨ ਪੈ ਜਾਣ ਉਸ ਧਰਤੀ ਨੂੰ ਆਪਾਂ ਬੜੇ ਸਤਿਕਾਰ ਦੇ ਨਾਲ ਫਿਰ ਕਹਿੰਦੇ ਆ ਸ਼੍ਰੀ ਗੋਇੰਦਵਾਲ ਸਾਹਿਬ ਦੀ ਧਰਤੀ। ਕਿਉਂਕਿ ਮੇਰੇ ਸਾਹਿਬ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਉੱਥੇ। ਤੇ ਮੈਂ ਇੱਕ ਬੇਨਤੀ ਹੋਰ ਤੁਹਾਡੇ ਚਰਨਾਂ ਵਿੱਚ ਕਰਨੀ ਚਾਹਾਂਗਾ, ਇਸ ਗੋਇੰਦਵਾਲ ਸਾਹਿਬ ਦੀ ਧਰਤੀ ਦੇ ਨਾਲ ਬੜਾ ਕੁਝ ਜੁੜਿਆ ਹੋਇਆ ਹੈ। ਇਸ ਗੋਇੰਦਵਾਲ ਸਾਹਿਬ ਦੀ ਧਰਤੀ ਦੇ ਨਾਲ ਬਾਅਦ ਚੋਂ ਜਦੋਂ ਆਪਾਂ ਪੜ੍ਹਦੇ ਹਾਂ ਇਤਿਹਾਸ ਨੂੰ, ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਗੁਰਤਾ ਗੱਦੀ ਵੀ ਇਸੇ ਧਰਤੀ ਤੋਂ ਮਿਲਦੀ ਹੈ। ਧਿਆਨ ਨਾਲ ਸੁਣਿਓ। ਬਾਅਦ ਚੋਂ ਚਲੋ ਉਹ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਚਲੇ ਜਾਂਦੇ ਆ। ਦੂਜੀ ਬੇਨਤੀ, ਇਸੇ ਹੀ ਧਰਤੀ ਤੇ ਗੁਰੂ ਰਾਮਦਾਸ ਮਹਾਰਾਜ ਜੋਤੀ ਜੋਤ ਸਮਾਉਂਦੇ ਆ। ਗੋਇੰਦਵਾਲ ਸਾਹਿਬ ਦੀ ਧਰਤੀ, ਇਸੇ ਹੀ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਜਿਹੜੀ ਪੱਗ ਦਿੱਤੀ ਜਾਂਦੀ ਹੈ ਗੁਰਤਾ ਗੱਦੀ ਦੀ, ਉਹ ਇਸੇ ਧਰਤੀ ਤੇ ਦਿੱਤੀ ਜਾਂਦੀ ਹੈ। ਇਸ ਧਰਤੀ ਦੇ ਨਾਲ ਬੜਾ ਪਿਛੋਕੜ ਸਾਡਾ ਜੁੜਿਆ ਹੋਇਆ ਹੈ। ਤੇ ਮੈਨੂੰ ਲੱਗਦਾ ਹੈ ਪਿਛਲੇ ਤੋਂ ਪਿਛਲੇ ਸਾਲ ਇੱਕ ਲੜੀ ਮੈਂ ਆਪ ਜੀ ਦੇ ਨਾਲ ਸਾਂਝੀ ਕੀਤੀ ਸੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਇਤਿਹਾਸ ਦੀ। ਤੇ ਮੈਂ ਉਹਦੇ ਵਿੱਚ ਆਪ ਜੀ ਦੇ ਨਾਲ ਇਹ ਸਾਰੀਆਂ ਇਤਿਹਾਸ ਦੀਆਂ ਜਿੰਨੀਆਂ ਗੱਲਾਂ ਨੇ ਉਹ ਸਾਂਝੀਆਂ ਕਰ ਲਈਆਂ ਸਨ। ਅੱਜ ਸਿਰਫ ਟੂਕ ਮਾਤਰ ਬੇਨਤੀ ਕਰਨੀ ਚਾਹੁੰਦਾ, ਸਿਰਫ ਗੁਰੂ ਅਰਜਨ ਦੇਵ ਮਹਾਰਾਜ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਮਾਤ ਭਾਨੀ ਜੀ ਦੀ ਕੁੱਖ ਤੋਂ, ਫਿਰ ਇੱਥੇ ਮਾਫ ਕਰਨਾ ਮੈਨੂੰ ਥੋੜੀ ਜਿਹੀ ਆਦਤ ਹੈ ਕਿ ਵੀ ਗੱਲ ਤੁਹਾਡੇ ਸਮਝ ਵਿੱਚ ਆਦਾ ਹੈ। ਮੈਂ ਸ਼ਬਦ ਮਾਤਾ ਕਿਹਾ, ਚਲੋ ਇਤਿਹਾਸਕਾਰ ਕਈ ਇਹੋ ਜਿਹੇ ਬੀਬੀ ਭਾਨੀ ਵੀ ਕਹਿ ਦਿੰਦੇ ਆ। ਉਸ ਬੀਬੀ ਭਾਨੀ ਜੀ ਦਾ ਜਨਮ ਗੁਰੂ ਅਮਰਦਾਸ ਮਹਾਰਾਜ ਜੀ ਦੇ ਘਰ ਹੁੰਦਾ ਹੈ। ਇਹ ਗੁਰੂ ਅਮਰਦਾਸ ਮਹਾਰਾਜ ਜੀ ਦੀ ਪੁੱਤਰੀ ਹੈ। ਇਹਨਾਂ ਦੇ ਆਨੰਦ ਕਾਰਜ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਨਾਲ ਹੁੰਦੇ ਆ, ਗੋਇੰਦਵਾਲ ਸਾਹਿਬ ਦੀ ਧਰਤੀ ਤੇ ਹੁੰਦੇ ਆ। ਹੁਣ ਇਹਨਾਂ ਦੇ ਘਰ ਗੋਇੰਦਵਾਲ ਸਾਹਿਬ ਦੀ ਧਰਤੀ ਤੇ 3 ਪੁੱਤਰਾਂ ਦਾ ਜਨਮ ਹੁੰਦਾ ਹੈ। ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਤੇ ਬੀਬੀ ਭਾਨੀ ਜੀ ਦੀ ਕੁੱਖ ਤੋਂ 3 ਪੁੱਤਰਾਂ ਦਾ ਜਨਮ ਹੁੰਦਾ। ਸਭ ਤੋਂ ਵੱਡੇ ਪੁੱਤਰ ਨੇ ਬਾਬਾ ਪ੍ਰਿਥੀਆ ਜੀ, ਉਹਨਾਂ ਤੋਂ ਛੋਟੇ ਪੁੱਤਰ ਨੇ ਬਾਬਾ ਮਹਾਦੇਵ ਜੀ, ਤੇ ਬਾਬਾ ਮਹਾਦੇਵ ਤੋਂ ਛੋਟੇ ਨੇ ਸੱਚੇ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ। ਸਭ ਤੋਂ ਛੋਟੇ ਪੁੱਤਰ ਨੇ
ਹੁਣ ਬੜੀ ਕਮਾਲ ਦੀ ਗੱਲ ਹੈ, ਗੁਰੂ ਅਮਰਦਾਸ ਮਹਾਰਾਜ ਜੀ ਦੀ ਨਿਗਾਹ ਦੇ ਵਿੱਚ ਤਿੰਨੇ ਹੀ ਪੁੱਤਰ ਨੇ। ਹਾਲਾਂਕਿ ਚਲੋ ਉਹਨਾਂ ਦੇ ਦੋਤਰੇ ਲੱਗਦੇ ਨੇ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਉਹਨਾਂ ਦੇ ਨਾਨਾ ਜੀ ਨੇ, ਸਤਿਗੁਰੂ ਜੀ ਦੇ ਹੱਥਾਂ ਵਿੱਚ ਖੇਡੇ ਨੇ, ਸਤਿਗੁਰੂ ਜੀ ਦੇ ਹੱਥਾਂ ਵਿੱਚ ਪਲੇ ਨੇ ਤਿੰਨੇ, ਤੇ ਬੜੀ ਕਮਾਲ ਦੀ ਇਹਨਾਂ ਦੀ ਪਰਵਰਿਸ਼ ਹੋਈ ਹੈ। ਪਰ ਮੈਂ ਇੱਥੇ ਇੱਕ ਹੋਰ ਬੇਨਤੀ ਕਰਨੀ ਚਾਹਾਂਗਾ, ਤਿੰਨ ਪੁੱਤਰ ਨੇ ਭਾਵੇਂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ, ਤਿੰਨਾਂ ਪੁੱਤਰਾਂ ਦੀ ਸੋਚ ਵੱਖੋ ਵੱਖਰੀ ਹੈ। ਹੁਣ ਜਦੋਂ ਤੁਸੀਂ ਉਹਨਾਂ ਦੇ ਸੋਚ ਦੀ ਗੱਲ ਕਰਦੇ ਹੋ ਨਾ, ਉਹਨਾਂ ਦੇ ਅੰਦਰ ਦੀ ਗੱਲ ਕਰਦੇ ਹੋ, ਤੇ ਤਿੰਨੇ ਵੱਖੋ ਵੱਖ ਪੜਾਵਾਂ ਤੇ ਖਲੋਤੇ ਨੇ। ਹੁਣ ਜਦੋਂ ਬਾਬਾ ਪ੍ਰਿਥੀਆ ਜੀ ਵੱਲ ਵੇਖਦੇ ਆ, ਇਤਿਹਾਸ ਕਹਿੰਦਾ ਹੈ ਉਹ ਅਸਲ ਦੇ ਵਿੱਚ ਬਹੁਤਾ ਚਲਾਕ ਤੇ ਮਾਇਆ ਨੂੰ ਪਿਆਰ ਕਰਨ ਵਾਲਾ ਹੈ। ਚਲੋ ਅੱਗੇ ਜਾ ਕੇ ਮੈਂ ਇਸ ਗੱਲ ਦਾ ਜ਼ਿਕਰ ਕਰਾਂਗਾ ਇੱਕ ਸਾਖੀ ਦੇ ਅੰਦਰ। ਤੇ ਜਦੋਂ ਉਹਨਾਂ ਦੇ ਪੁੱਤਰ ਬਾਬਾ ਮਹਾਂਦੇਵ ਵੱਲ ਵੇਖਦੇ ਆ, ਉਹ ਮਾਇਆ ਤੋਂ ਉਪਰਾਮ, ਨਾ ਸੰਸਾਰ ਦੀ ਖੁਸ਼ੀ ਵਿੱਚ ਸ਼ਾਮਲ ਹੋਣਾ, ਨਾ ਸੰਸਾਰ ਦੀ ਗਮੀ ਵਿੱਚ ਸ਼ਾਮਲ ਹੋਣਾ, ਇੱਕ ਵਿਰਕਤ ਜਿਹਾ ਜਿਵੇਂ ਬੰਦਾ ਹੁੰਦਾ ਉਸ ਤਰ੍ਹਾਂ ਉਹ ਆਪਣਾ ਜੀਵਨ ਬਤੀਤ ਕਰਦੇ ਆ। ਕਹਿਣ ਤੋਂ ਭਾਵ ਕਿਸੇ ਨਾਲ ਕੁਝ ਲੈਣਾ ਦੇਣਾ ਨਹੀਂ, ਆਪਣੀ ਮਸਤੀ ਮੌਜ ਵਿੱਚ ਰਹਿਣਾ। ਗੁਰੂ ਅਰਜਨ ਦੇਵ ਮਹਾਰਾਜ ਬਚਪਨ ਵਿੱਚ ਹੀ ਰੱਬੀ ਖਿਆਲਾਤ ਰੱਖਣ ਵਾਲੇ ਨੇ, ਨਿਰੰਕਾਰ ਦੇ ਨਾਲ ਜੁੜੇ ਹੋਇਆ, ਬੜੇ ਹੀ ਉਸ ਰੱਬੀ ਗੁਣਾਂ ਦੇ ਨਾਲ ਭਰਪੂਰ ਨੇ। ਉਹਨਾਂ ਦੀ ਸੋਚ ਇਹਨਾਂ ਦੋਵਾਂ ਨਾਲੋਂ ਅਲੱਗ ਹੈ। ਸਰੋ ਵਿਚਾਰ ਇਸ ਤਰ੍ਹਾਂ ਸਤਿਗੁਰੂ ਜੀ ਦੀ ਉਸ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਇਸ ਤਰ੍ਹਾਂ ਬਚਪਨ ਬੀਤਦਾ ਜਾ ਰਿਹਾ ਹੈ। ਉਸ ਸਮੇਂ ਦੇ ਦੌਰਾਨ ਇੱਕ ਬੜੀ ਕਮਾਲ ਦੀ ਘਟਨਾ ਵਾਪਰਦੀ ਹੈ, ਉਹ ਮੈਂ ਆਪ ਜੀ ਦੇ ਨਾਲ ਸਾਂਝੀ ਕਰਨੀ ਚਾਹੁੰਦਾ। ਗੋਇੰਦਵਾਲ ਸਾਹਿਬ ਦੀ ਧਰਤੀ ਤੇ ਸੁਭਾਵਕ ਹੈ ਕਿ ਵੀ ਸਭ ਤੋਂ ਜਿਹੜਾ ਛੋਟਾ ਹੁੰਦਾ ਹੈ ਨਾ ਘਰ ਦੇ ਅੰਦਰ, ਉਹਦੀ ਪਰਵਰਿਸ਼ ਜਿਹੜੀ ਹੁੰਦੀ ਹੈ ਉਹ ਬੜੀ ਧਿਆਨ ਦੇ ਨਾਲ, ਬੜੀ ਸੰਭਾਲ ਉਹਦੀ ਕਰਨੀ ਪੈਂਦੀ ਹੈ। ਹੁਣ ਘਰ ਦੇ ਵਿੱਚ ਸਭ ਤੋਂ ਛੋਟੇ ਨੇ ਗੁਰੂ ਅਰਜਨ ਦੇਵ ਮਹਾਰਾਜ, ਤੇ ਸੁਭਾਵਕ ਹੀ ਗੱਲ ਹੈ ਮਾਂ ਦਾ ਧਿਆਨ ਬਹੁਤਾ ਉਹਨਾਂ ਵੱਲ ਹੀ ਹੁੰਦਾ ਹੈ। ਭਾਈ ਗੁਰਦਾਸ ਜੀ ਵੀ ਇਹ ਗੱਲ ਕਹਿੰਦੇ ਆ ਕਿ ਵੀ ਜਿਹੜਾ ਸੁੱਤ, ਜਿਹੜਾ ਪੁੱਤਰ ਮਾਂ ਦੀ ਗੋਦ ਵਿੱਚ ਹੁੰਦਾ ਹੈ, ਮਾਂ ਉਹਦੇ ਨਾਲ ਬੜਾ ਲਾਡ ਕਰਦੀ ਹੈ। ਭਾਵੇਂ ਮਾਂ ਉਹਨੂੰ ਪਲਣੇ ਵਿੱਚ ਸਵਾ ਦਿੰਦੀ ਹੈ, ਪਲਣਾ ਸਵਾਏ ਮਾਏ ਗ੍ਰਹਿ ਕਾਜ ਲੱਗ ਜਾਏ, ਭਾਵੇਂ ਘਰ ਦੇ ਕਾਜ ਵੀ ਕਰਦੀ ਹੈ, ਪਰ ਧਿਆਨ ਉਹਦੇ ਵੱਲ ਹੀ ਹੁੰਦਾ ਹੈ। ਇਹ ਭਾਈ ਗੁਰਦਾਸ ਜੀ ਕਹਿੰਦੇ ਆ ਸੁਭਾਵਕ ਸੀ ਕਿ ਵੀ ਮਾਤ ਭਾਨੀ ਜੀ ਦਾ ਬਾਰ-ਬਾਰ ਧਿਆਨ, ਖਿਆਲ ਗੁਰੂ ਅਰਜਨ ਦੇਵ ਮਹਾਰਾਜ ਵਿੱਚ ਰਹਿਣਾ। ਇੱਕ ਦਿਨ ਇਤਿਹਾਸ ਕਹਿੰਦਾ ਹੈ ਮਾਤਾ ਜੀ ਲੰਗਰਾਂ ਦੇ ਵਿੱਚ ਸੇਵਾ ਕਰਦੇ ਆ, ਤੇ ਵੱਡੀ ਲੋਹ ਹੈ ਜਿਹਦੇ ਉੱਤੇ ਰੋਟੀਆਂ ਪੱਕਦੀਆਂ ਨੇ। ਮਾਂ ਨੇ ਕੀ ਕੀਤਾ, ਚਲੋ ਬਜ਼ੁਰਗ ਇਸ ਗੱਲ ਨੂੰ ਜਿਹੜੇ ਸਮਝਦੇ ਆ ਉਹਨਾਂ ਨੂੰ ਪਤਾ ਹੋਏਗੀ, ਇੱਕ ਕੱਪੜੇ ਦੀ ਬਣਾ ਕੇ ਲਪੇਟ ਕੇ ਗੋਲ ਜੀ ਕਰਕੇ ਖਿੰਦੋਂ ਬਣਾਈ ਜਾਂਦੀ ਸੀ ਗੇਂਦ ਦੀ ਤਰ੍ਹਾਂ, ਤੇ ਉਹ ਬੱਚੇ ਨੂੰ ਦੇ ਦਿੱਤੀ ਜਾਂਦੀ ਸੀ ਤਾਂ ਕਿ ਬੱਚਾ ਆਰੇ ਲੱਗਾ ਰਵੇ, ਖੇਡਦਾ ਰਵੇ, ਤੇ ਇਹ ਖੇਡਦਾ ਰਹੇਗਾ ਤੇ ਮੈਂ ਆਪਣਾ ਕੰਮ ਨਿਬੇੜ ਲਾਂਗੀ। ਇਸੇ ਤਰ੍ਹਾਂ ਮਾਤ ਭਾਨੀ ਜੀ ਨੇ ਇੱਕ ਗੇਂਦ ਬਣਾ ਕੇ ਕੱਪੜਿਆਂ ਦੀ ਲਪੇਟ ਕੇ ਉਹਨੂੰ ਗੋਲ ਜਿਹਾ ਕਰਕੇ ਤੇ ਸਤਿਗੁਰੂ ਨੂੰ ਪਕੜਾ ਦਿੱਤੀ। ਉਹ ਖੇਡਦੇ ਰਹੇ। ਹੁਣ ਸੁਭਾਵਕ ਹੀ ਇਹ ਸੀ ਕਿ ਵੀ ਬੱਚਾ ਖੇਡਦਾ ਖੇਡਦਾ ਕਿਤੇ ਨਾ ਕਿਤੇ ਤੇ ਜਾਏਗਾ। ਕੀ ਹੋਇਆ, ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ, ਹਜੇ ਉਮਰ ਸਿਰਫ 1 ਸਾਲ ਦੀ ਹੈ, ਬਹੁਤੀ ਉਮਰ ਨਹੀਂ ਹੈ, ਰਿੜਦੇ ਆ, ਰਿੜਦੇ ਰਿੜਦੇ ਉਸ ਬੋਲ ਦੇ ਨਾਲ, ਉਸ ਗੇਂਦ ਦੇ ਨਾਲ ਉਸ ਥਾਂ ਤੇ ਪਹੁੰਚ ਜਾਂਦੇ ਆ ਜਿੱਥੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਬੈਠੇ ਹੋਏ ਆ। ਇਤਿਹਾਸ ਕਹਿੰਦਾ ਇੱਕ ਕਮਰਾ ਹੈ, ਸ਼ਾਮਾਂ ਦਾ ਵਕਤ ਹੈ, ਇਧਰੋਂ ਦੀਵਾਨ ਲੱਗਣ ਦੀ ਜਿਹੜੀ ਹੈ ਉਹ ਪੂਰੀ ਤਿਆਰੀ ਹੈ, ਤੇ ਸਤਿਗੁਰੂ ਜੀ ਨੇ ਦੀਵਾਨਾਂ ਵਿੱਚ ਆਉਣਾ ਹੈ, ਸੰਧਿਆ ਦੇ ਦੀਵਾਨਾਂ ਵਿੱਚ। ਤੇ ਗੁਰੂ ਅਮਰਦਾਸ ਮਹਾਰਾਜ ਆਪਣੇ ਕਮਰੇ ਦੇ ਅੰਦਰ ਆਰਾਮ ਪਏ ਕਰਦੇ ਆ, ਤੇ ਉਸ ਕਮਰੇ ਦਾ ਦਰਵਾਜ਼ਾ ਸਿਰਫ ਥੋੜਾ ਖੁੱਲ੍ਹਾ ਤਾਂ ਕਿ ਰੋਸ਼ਨੀ ਅੰਦਰ ਆਉਂਦੀ ਰਵੇ। ਹੁਣ ਉਹ ਜਿਹੜਾ ਦਰਵਾਜ਼ਾ ਖੁੱਲ੍ਹਾ ਹੈ, ਗੇਂਦ ਨਾਲ ਖੇਡਦੇ ਖੇਡਦੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਉਹ ਗੇਂਦ ਉਸ ਕਮਰੇ ਵਿੱਚ ਚਲੀ ਜਾਂਦੀ ਹੈ। ਜਦੋਂ ਉਹ ਕਮਰੇ ਵਿੱਚ ਗਈ, ਇਤਿਹਾਸ ਵਿੱਚ ਜੋ ਲਿਖਿਆ ਉਹ ਮੈਂ ਆਪ ਜੀ ਦੇ ਨਾਲ ਸਾਂਝਾ ਕਰ ਰਿਹਾ।
जदों गेंद कमरे विच चली गई ना ते हुण उस कमरे दे बिल्कुल दरवाजे दे कोल आ गए। हुण इतिहास कहंदा जदों दरवाजे नूं खोलना चाहुंदे आ ना, पहलां दोवें गोडे थल्ले लाया, एक हत्थ जमीन ते रखिया ते एक हत्थ दे नाल दरवाजा खोलदे आ, नहीं खुलदा। दोवें गोडे जमीन ते लाउंदे आ, दोवां हत्थां दे नाल जोर ला के खोलदे आ, दरवाजा नहीं खुलदा। फिर इतिहास ने तीजी बार जिक्र किया, कहते जो दूजी बार नहीं खोलिया ना, तीजी बार दोवें हत्थां नूं थल्ले ला के सिर दे नाल जोर दी दरवाजा खोलिया, दरवाजा खुल गया। अपने दोते नूं इस तरह करदे नूं वेख के गुरु अमरदास महाराज जी उठ के आए, उन्हां नूं अपने हत्थां विच लिया, अपनी छाती नाल लाया, बड़ा प्यार किया। इधरों मात भानी जी का ध्यान अपने पुत्र विच सी ते वो भी उधरों आ गए ते उन्होंने आउंदियां सार अपने पिता जी नूं आख्या, पिता जी बड़ी वड्डी गलती हो गई, मेरा ध्यान लंगरां विच सी, मैनूं ये सी खेडदा रहेगा, पर यह तो तुहानूं ही परेशान करन आ गया। इन्हें तुहानूं परेशान किया, इन्हें तुहानूं तंग किया। पिता जी मैं इहदे वल्लों तुहाडे कोलों माफी मंगदी हां। मैं बेनती करा, गुरु अमरदास महाराज जी ने एक बड़ा गजब का वचन उस वेले किया गुरु अर्जन देव महाराज जी वास्ते, बड़ा गजब का। जदों मात भानी जी ने यह गल आखी ना कि भी ये तुहानूं तंग करदा है, तुहानूं परेशान करदा है, मैं माफी मंगदी हां, ते गुरु अमरदास महाराज ने आख्या सी, धीए तेरा पुत्र ये ते बड़ा सियाणा पुत्र है। हुण माता जी दे मन विच एक ख्याल आया, 1 साल दा बच्चा ये कितना कुछ सियाणा होएगा, ऐसी केड़ी इहने सियाणप दी गल कर दित्ती। जे सियाणप दीयां गल्लां करनियां ने तुसीं बाबा प्रिथिया जी नूं आखो, वो सियाणा है। जदों ये गल आखी ते गुरु अमरदास महाराज जी कहंदे आ, धीए वो ते चलाक ही बड़ा है, पर तेरा आ पुत्र सब तो सियाणा है। मात जी तो रह ना होया, उन्होंने सुभावक ही पूछ लिया अपने पिता गुरु अमरदास महाराज जी नूं, ऐसी केड़ी सियाणप दी गल इन्हें कर दित्ती। ते गुरु अमरदास महाराज जी ने गजब विच आके एक बोल आख्या, कहन लगे, धीए एक गल चेते रखी, अज इन्हें धर्म दा दरवाजा सिर दे के खोलिया है, अज इन्हें धर्म दा दरवाजा सिर दे के खोलिया है। चेते रखी, कल नूं ये धर्म की खातर अपना आप वार जाएगा ते सब दरवाजे खोलदा जाएगा। इन्हें अज सिर्फ धर्म का दरवाजा ही नहीं खोलिया, इन्हें बड़ा कुछ खोल दिता है अपने दे लई। ते एक गल होर मेरी चेते रखी, ये दोते नूं आम ना समझी, ये दोता बाणी का बोथा है, इत्ते कलयुग है, ते जहाज वो है जिहदे विच सवार होके दुनिया ने तरन दियां जाचां सिखणियां ने। धन गुरु अमरदास महाराज, इतिहास कहंदा है घट्टो घट 95 साल की उम्र हयाती उन्हां दी, जो इतिहास ने बयान की 95 साल की उम्र। गुरता गद्दी गुरु रामदास महाराज नूं दित्ती। गुरु रामदास महाराज जी गुरता गद्दी ते बैठदे आ, गुरता गद्दी ते बैठ के उही भजन बंदगी बाणी दा प्रवाह, बाणी दा प्रचार सतगुरु जी ने उस तरह किया। उन्हां दिनां दे अंदर एक होर बड़ी कमाल दी घटना वापरदी है गोइंदवाल साहब की धरती ते। लाहौर चूना मंडी तो गुरु रामदास महाराज जी दा भरा, चलो कह लीए कि भी उन्होंने शरीकियां दे विचों, चाचे तायां दे विचों, जिदा इतिहास ने नाम लिखा शिहारी मल, गुरु रामदास महाराज जी दे दर ते आउंदा, हथ जुड़िया, अखां नीवियां ने, ते आके एक बेनती करते ने गुरु रामदास महाराज जी नूं। गुरु रामदास महाराज, वो वक्त सी जिस वेले तुहाडी उम्र बड़ी छोटी सी ते पूरा लाहौर चूना मंडी किसे कोल एक प्रसादा नहीं सी, तुहानूं छका सकदा होवे। साडे करके तुहानूं अपना शहर लाहौर छड्डना पै गया, सानूं शर्मिंदगी है।
ਅਸੀਂ ਇਸ ਗੱਲ ਦੇ ਨਾਲ ਬੜੇ ਆਪਣੇ ਆਪ ਨੂੰ ਸ਼ਰਮਿੰਦਾ ਮਹਿਸੂਸ ਕਰਦੇ ਹਾਂ। ਅੱਜ ਤੁਹਾਡੇ ਕੋਲ ਸਭ ਕੁਝ ਹੈ, ਪਰ ਅੱਜ ਅਸੀਂ ਤੁਹਾਡੇ ਚਰਨਾਂ 'ਚ ਬੇਨਤੀ ਕਰਨ ਆਏ ਹਾਂ, ਮੇਰੇ ਪੁੱਤਰ ਦਾ ਵਿਆਹ ਤੇ ਅਸੀਂ ਤੁਹਾਨੂੰ ਆਪਣੇ ਪੁੱਤਰ ਦੇ ਵਿਆਹ ਦੇ ਉੱਤੇ ਬੁਲਾਉਣ ਆਏ ਹਾਂ, ਕਾਰਡ ਦੇਣ ਆਏ ਹਾਂ, ਤੁਸੀਂ ਸਾਡੇ ਘਰ ਜ਼ਰੂਰ ਆਉਣਾ ਹੈ। ਗੁਰੂ ਰਾਮਦਾਸ ਮਹਾਰਾਜ ਜੀ ਨੇ ਉਸ ਵੇਲੇ ਇੱਕ ਗੱਲ ਆਖੀ। ਪਾਲੋ ਭਰਾ ਨੇ, ਵੱਡੇ ਨੇ, ਸ਼ਰੀਕੇ ਵਿੱਚੋਂ ਨੇ, ਚਾਚੇ ਤਾਇਆਂ ਵਿੱਚੋਂ ਨੇ। ਸਤਿਗੁਰੂ ਜੀ ਨੇ ਆਖਿਆ ਕੋਈ ਐਸੀ ਗੱਲ ਨਹੀਂ, ਗੁਰੂ ਕਦੀ ਵੀ ਕਿਸੇ ਦੀ ਗਲਤੀ ਨੂੰ ਆਪਣੇ ਹਿਰਦੇ 'ਚ ਨਹੀਂ ਰੱਖਦਾ। ਉਹ ਤਾਂ ਸਾਰਿਆਂ ਦੇ ਔਗਣਾਂ ਨੂੰ ਮਾਫ ਕਰਨ ਵਾਲਾ ਹੈ। ਉਹ ਤਾਂ ਐਸਾ ਹੈ ਜਿਹੜਾ ਸਤਿਗੁਰ ਢਾਕ ਲਿਆ ਮੋਹੇ, ਪਾਪੀ ਪੜਦਾ ਉਤੇ ਪਾਪੀਆਂ ਤੋਂ ਵੀ ਪਾਪੀਆਂ ਬੰਦਿਆਂ ਦੇ ਔਗਣਾਂ ਤੇ ਪਰਦਾ ਪਾ ਦਿੰਦਾ ਹੈ, ਪਰ ਉਹ ਪਰਦਾ ਚੁੱਕਦਾ ਨਹੀਂ। ਇਹ ਗੁਰੂ ਦਾ ਬਿਰਦ ਹੈ, ਇਹ ਬਿਰਦ ਸੁਆਮੀ ਸੰਧਾ ਹੈ ਉਹਦਾ। ਕੋਈ ਗੱਲ ਨਹੀਂ, ਤੁਸੀਂ ਅੱਜ ਆਏ ਹੋ, ਪਰ ਮੇਰੀ ਵੀ ਇੱਕ ਬੇਨਤੀ ਹੈ। ਹਾਲਾਂਕਿ ਅਸੀਂ ਮੁੰਡੇ ਵਾਲੇ ਹਾਂ, ਅਸੀਂ ਲੜਕੇ ਵਾਲੇ ਹਾਂ, ਪਰ ਜਿਸ ਘਰ ਦੇ ਵਿੱਚ ਅਸੀਂ ਬਰਾਤ ਲੈ ਕੇ ਜਾਣੀ ਹੈ ਨਾ, ਉਹ ਘਰ ਕੁੜੀ ਵਾਲਿਆਂ ਦਾ, ਉਹ ਧੀ ਵਾਲਿਆਂ ਦਾ ਘਰ ਹੈ। ਤੇ ਮੈਂ ਇੱਥੇ ਬੇਨਤੀ ਇੱਕ ਹੋਰ ਕਰਾਂ, ਹਾਲਾਂਕਿ ਅੱਜ ਦੇ ਸਮੇਂ ਦੇ ਅੰਦਰ ਸਮਾਜ ਇਹ ਗੱਲ ਨਹੀਂ ਸਮਝਦਾ, ਆਪਾਂ ਦੇ ਧੀਆਂ ਵਾਲਿਆਂ ਦੇ ਘਰਾਂ ਨੂੰ ਵਕਤ ਪਾ ਕੇ ਰੱਖ ਦਿੰਦੇ ਆ। ਇਹ ਸਾਡੀ ਸੋਚ ਹੈ, ਮਾਫ ਕਰਨਾ। ਆਪਾਂ ਵਕਤ ਪਾ ਕੇ ਰੱਖ ਦਿੰਦੇ, ਆਪਾਂ ਵਕਤ ਜੇ ਤੇ ਜਾਣ ਤੋਂ ਪਹਿਲਾਂ ਅਸੀਂ 10 ਲਿਸਟਾਂ ਉਹਨਾਂ ਦੇ ਹੱਥਾਂ 'ਚ ਫੜਾ ਦਿੰਦੇ ਆ। ਉਹ ਗੁਰੂ ਰਾਮਦਾਸ ਮਹਾਰਾਜ ਵਿਲ ਵੇਖ ਅੱਜ ਉਹ ਗੱਲ ਕੀ ਕਹਿ ਰਿਹਾ ਹੈ ਆਪਣੇ ਭਰਾ ਨੂੰ। ਉਹ ਇਹ ਗੱਲ ਕਹਿ ਰਿਹਾ ਹੈ, ਅਸੀਂ ਧੀ ਵਾਲਿਆਂ ਦੇ ਘਰ ਜਾਣਾ, ਅਸੀਂ ਲੜਕੇ ਵਾਲੇ ਆ। ਮੈਂ ਜਾਵਾਂਗਾ ਤੇ ਸੰਗਤਾਂ ਦੂਰੋਂ ਦੂਰੋਂ ਚੱਲ ਕੇ ਆਉਣਗੀਆਂ, ਕਿਉਂ? ਉਹਨਾਂ ਸਤਿਕਾਰ ਵਜੋਂ ਆਉਣਾ ਹੈ। ਤੇ ਅਸੀਂ ਨਹੀਂ ਚਾਹੁੰਦੇ ਕਿਸੇ ਨੂੰ ਜਾ ਕੇ ਆਪਾਂ ਬਿਪਤਾ ਪਾਈਏ। ਮੈਂ ਚਾਹੁੰਦਾ ਕਿ ਵੀ ਮੈਂ ਨਾ ਹੀ ਜਾਵਾਂ, ਚੰਗੀ ਗੱਲ ਹੈ, ਪਰ ਮੇਰੀ ਇੱਕ ਬੇਨਤੀ ਹੈ, ਮੈਂ ਨਹੀਂ ਜਾ ਰਿਹਾ। ਉਹ ਗੱਲ ਵੱਖਰੀ ਹੈ ਕਿ ਵੀ ਤੁਹਾਨੂੰ ਪਤਾ ਮੈਂ ਕਿਉਂ ਨਹੀਂ ਜਾ ਰਿਹਾ, ਪਰ ਮੇਰੇ ਤਿੰਨਾਂ ਪੁੱਤਰਾਂ ਦੇ ਵਿੱਚੋਂ ਕੋਈ ਨਾ ਕੋਈ ਪੁੱਤਰ ਮੈਂ ਆਪਣਾ ਜ਼ਰੂਰ ਤੁਹਾਡੇ ਬੱਚੇ ਦੇ ਵਿਆਹ ਵਿੱਚ ਘੱਲਾਂਗਾ। ਹੁਣ ਗੁਰੂ ਰਾਮਦਾਸ ਮਹਾਰਾਜ ਜੀ ਨੇ ਆਪਣੇ ਤਿੰਨਾਂ ਪੁੱਤਰਾਂ ਨੂੰ ਬੁਲਾਇਆ। ਬਾਬਾ ਪ੍ਰਿਥੀਆ ਜੀ ਵੀ ਆਏ ਆ, ਬਾਬਾ ਮਹਾਦੇਵ ਜੀ ਵੀ ਆਏ ਆ, ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਵੀ ਆਏ ਆ। ਸਭ ਤੋਂ ਪਹਿਲਾਂ ਆਪਣੇ ਵੱਡੇ ਪੁੱਤਰ ਬਾਬਾ ਪ੍ਰਿਥੀਆ ਜੀ ਨੂੰ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਆ। ਹਾਲਾਂਕਿ ਚਲੋ ਹਰ ਵਾਰੀ ਗੱਲ ਤੇ ਉਹ ਸਤਿਗੁਰੂ ਜੀ ਦੇ ਨਾਲ ਝਗੜਦਾ ਹੀ ਰਿਹਾ ਹੈ। ਇਹ ਮੈਂ ਆਪਣੇ ਕੋਲੋਂ ਨਹੀਂ, ਸਿਰਫ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚੋਂ ਤੁਹਾਡੇ ਨਾਲ ਸਾਂਝੀ ਕਰਾਂਗਾ, ਜਿਹਦੇ ਬਾਰੇ ਆਪ ਗੁਰੂ ਰਾਮਦਾਸ ਮਹਾਰਾਜ ਲਿਖਦੇ ਆ। ਕਾਹੇ ਪੂਤ ਝਗਰਤ ਹੋ ਸੰਗ ਬਾਪ, ਜਿਨਕੇ ਜਣੇ ਬਡੀਰੇ ਤੂੰ ਹੋ, ਤਿੰਨ ਸਿਓ ਝਗਰਤ ਪਾਪ। ਉਹਦੇ ਬਾਰੇ ਆਪ ਸਤਿਗੁਰ ਬਾਣੀ ਵਿੱਚ ਲਿਖਦੇ ਆ। ਉਹ ਤਾਂ ਹਰ ਵਕਤ ਹਰ ਵੇਲੇ ਝਗੜਾ ਪਾ ਕੇ ਰੱਖਦਾ ਹੈ। ਗੁਰੂ ਰਾਮਦਾਸ ਮਹਾਰਾਜ ਆਪਣੇ ਵੱਡੇ ਪੁੱਤਰ ਬਾਬਾ ਪ੍ਰਿਥੀਆ ਜੀ ਨੂੰ ਕਹਿੰਦੇ ਆ, ਪੁੱਤ ਵੇ ਤੁਸੀਂ ਲਾਹੌਰ ਜਾਣਾ ਤੇ ਆਹ ਕਾਰਜ ਹੈ, ਇਹਨੂੰ ਨਿਬੇੜ ਕੇ ਤੁਸੀਂ ਫਿਰ ਵਾਪਸ ਇਸੇ ਥਾਂ ਤੇ ਆ ਜਾਣਾ। ਅੱਗੋਂ ਗੁੱਸੇ ਵਿੱਚ ਆ ਕੇ ਬਾਬਾ ਪ੍ਰਿਥੀਆ ਜੀ ਨੇ, ਮੈਂ ਇੱਕ ਬੇਨਤੀ ਹੋਰ ਕਰਨ ਲੱਗਾ, ਮਾਫ ਕਰਨਾ। ਭਾਈ ਗੁਰਦਾਸ ਜੀ ਨੇ ਨਾ ਆਪਣੀਆਂ 40 ਵਾਰਾਂ ਦੇ ਵਿੱਚ ਜਦੋਂ ਬਾਬਾ ਪ੍ਰਿਥੀਆ ਜੀ ਦਾ ਜ਼ਿਕਰ ਕੀਤਾ ਤੇ ਮੈਂ ਬੇਨਤੀ ਕਰਾਂ, ਬਾਬਾ ਪ੍ਰਿਥੀਆ ਜੀ ਨੂੰ ਭਾਈ ਗੁਰਦਾਸ ਜੀ ਨੇ ਮੀਣਾ ਕਹਿ ਕੇ ਬਚਨ ਜਿਹੜਾ ਉਚਾਰਨ ਕੀਤਾ, ਮੀਣਾ ਹੋਆ ਪ੍ਰਿਥੀਆ। ਇਹ ਸ਼ਬਦ ਭਾਈ ਗੁਰਦਾਸ ਜੀ ਬਾਬਾ ਪ੍ਰਿਥੀਆ ਜੀ ਲਈ ਵਰਤਦੇ ਆ ਵੀ ਇਹ ਮੀਣਾ ਸੀ ਇਹ। ਸੋ ਮੈਂ ਬੇਨਤੀ ਜਿਹੜੀ ਤੁਹਾਡੇ ਚਰਨਾਂ ਵਿੱਚ ਕਰਨ ਲੱਗਾ, ਜਦੋਂ ਗੁਰੂ ਰਾਮਦਾਸ ਮਹਾਰਾਜ ਜੀ ਨੇ ਬਾਬਾ ਪ੍ਰਿਥੀਆ ਜੀ ਨੂੰ ਆਖਿਆ ਤੁਸੀਂ ਆਹ ਕਾਰਜ ਨਿਬੇੜ ਕੇ ਆ ਜਾਣਾ, ਤੇ ਅੱਗੋਂ ਬਾਬਾ ਪ੍ਰਿਥੀਆ ਜੀ ਕਹਿੰਦੇ ਆ, ਪਿਤਾ ਜੀ ਤੁਹਾਨੂੰ ਕੀ ਹੋ ਗਿਆ? ਉਹ ਸਮਾਂ ਸੀ ਜਦੋਂ ਇੰਨੀ ਦੌਲਤ ਨਹੀਂ ਸੀ, ਅੱਜ ਤੇ ਦੌਲਤਾਂ ਦੇ ਢੇਰ ਲੱਗੇ ਨੇ ਸਾਡੇ ਕੋਲ, ਇਹਨਾਂ ਨੂੰ ਸੰਭਾਲਣ ਦੇ ਲਈ ਬੜੀ ਲੋੜ ਹੈ ਮੇਰੀ। ਇਹ ਤੇ ਜੇ ਮੈਂ ਚਲਾ ਜਾਵਾਂਗਾ ਤੇ ਮਾਇਆ ਸੰਭਾਲੇਗਾ ਕੌਣ? ਇਸ ਕਰਕੇ ਮੈਂ ਤੇ ਨਹੀਂ ਜਾ ਸਕਦਾ। ਇਹ ਗੱਲ ਕਹਿ ਕੇ ਬਾਬਾ ਪ੍ਰਿਥੀਆ ਜੀ ਪਿਛਾਂ ਹਟ ਗਏ। ਸਤਿਗੁਰ ਕੁਝ ਨਹੀਂ, ਦੂਜਾ ਲਫ਼ਜ਼ ਨਹੀਂ ਬੋਲਿਆ ਸਤਿਗੁਰੂ ਜੀ ਨੇ, ਕੋਈ ਬਚਨ ਨਹੀਂ ਆਪਣੇ ਮੂੰਹ ਚੋਂ ਬੋਲਿਆ। ਬਾਬਾ ਮਹਾਦੇਵ ਜੀ ਨੂੰ ਇਸ਼ਾਰਾ ਕੀਤਾ, ਬਾਬਾ ਮਹਾਦੇਵ ਪੁੱਤ ਵੇ
ਤੂੰ ਚਲਿਆ ਜਾ। ਬਾਬਾ ਮਹਾਦੇਵ ਵੀ ਅੱਗੋਂ ਕਹਿਣ ਲੱਗੇ, ਪਿਤਾ ਜੀ ਮੇਰਾ ਕਿਸੇ ਖੁਸ਼ੀ ਨਾਲ ਕੋਈ ਵਾਸਤਾ ਨਹੀਂ ਤੇ ਨਾ ਹੀ ਮੇਰਾ ਕਿਸੇ ਗਮੀ ਨਾਲ ਵਾਸਤਾ ਹੈ। ਮੈਂ ਸੰਸਾਰ ਤੋਂ ਕੀ ਲੈਣਾ ਹੈ? ਮੈਂ ਸੰਸਾਰ ਤੋਂ ਕੁਝ ਨਹੀਂ ਲੈਣਾ। ਨਾ ਮੈਂ ਸੰਸਾਰ ਵਿੱਚ ਬੈਠਦਾ ਤੇ ਨਾ ਸੰਸਾਰ ਮੇਰੇ ਵਿੱਚ ਆ ਕੇ ਬੈਠਦਾ। ਮੈਨੂੰ ਸੰਸਾਰ ਦੀਆਂ ਗੱਲਾਂ ਨਾ ਸਮਝਾਓ। ਮੈਂ ਸੰਸਾਰ ਦੀ ਖੁਸ਼ੀ ਗਮੀ ਵਿੱਚ ਜਾਣ ਵਾਲਾ ਨਹੀਂ। ਮੈਂ ਜਿੱਥੇ ਆ ਮੈਨੂੰ ਉੱਥੇ ਹੀ ਰਹਿਣ ਦਿਓ। ਗੁਰੂ ਰਾਮਦਾਸ ਮਹਾਰਾਜ ਜੀ ਨੇ ਉੱਥੇ ਵੀ ਕੁਝ ਨਾ ਬੋਲਿਆ। ਹੁਣ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਵੱਲ ਇਸ਼ਾਰਾ ਕੀਤਾ, ਸਭ ਤੋਂ ਛੋਟੇ ਪੁੱਤਰ। ਤੇ ਮੈਂ ਇੱਕ ਬੇਨਤੀ ਕਰਾਂ, ਗੁਰੂ ਦੇ ਹੁਕਮ ਨੂੰ ਮੰਨਣ ਵਾਲਾ, ਹਾਲਾਂਕਿ ਚਲੋ ਭਾਈ ਲਹਿਣੇ ਦੇ ਜੀਵਨ ਦੇ ਅੰਦਰ ਸੱਚੇ ਪਾਤਸ਼ਾਹ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਜੀਵਨ ਵਿੱਚ ਵੀ ਅਨੇਕਾਂ ਉਦਾਹਰਨਾਂ ਨੇ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀਆਂ ਖੁਦ ਦੀਆਂ ਉਦਾਹਰਨਾਂ ਨੇ। ਗੁਰੂ ਰਾਮਦਾਸ ਮਹਾਰਾਜ ਸਤਿਗੁਰੂ ਜੀ ਦੀਆਂ ਆਪਣੀਆਂ ਹੁਕਮ ਮੰਨਣ ਦੀਆਂ ਉਦਾਹਰਨਾਂ ਨੇ। ਗੁਰੂ ਅਰਜਨ ਦੇਵ ਮਹਾਰਾਜ ਸਤਿਗੁਰੂ ਜੀ ਨੂੰ ਜਦੋਂ ਆਖਿਆ, ਗੁਰੂ ਰਾਮਦਾਸ ਮਹਾਰਾਜ ਜੀ ਨੇ, ਪੁੱਤ ਵੇ ਤੂੰ ਜਾਵੇਂਗਾ, ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇੱਕ ਗੱਲ ਆਖੀ, ਪਿਤਾ ਜੀ ਤੁਸੀਂ ਮੈਨੂੰ ਮੌਤ ਵਾਲੇ ਪਾਸੇ ਵੀ ਭੇਜੋਗੇ ਨਾ, ਤੁਹਾਡਾ ਪੁੱਤ ਉੱਥੇ ਵੀ ਜਾਣ ਤੋਂ ਇਨਕਾਰ ਨਹੀਂ ਕਰੇਗਾ। ਇਹ ਤਾਂ ਫਿਰ ਵੀ ਕਿਸੇ ਦੀ ਖੁਸ਼ੀ ਦਾ ਕੰਮ ਹੈ, ਇਹ ਤਾਂ ਫਿਰ ਵੀ ਆਪਣੇ ਕੰਮ ਨੇ। ਤੁਸੀਂ ਮੈਨੂੰ ਹੁਕਮ ਕਰੋ, ਕਿਉਂਕਿ ਤੇਰੇ ਦਰ ਤੇ ਹੁਕਮ ਮੰਨਣ ਵਾਲਾ ਹੀ ਪ੍ਰਵਾਨ ਹੁੰਦਾ ਹੈ। ਫਿਰ ਮੈਂ ਬਾਣੀ ਵਿੱਚੋਂ ਤੁਹਾਡੇ ਨਾਲ ਗੱਲ ਸਾਂਝੀ ਕਰਦਾ। ਬਾਣੀ ਵਿੱਚ ਇੱਕ ਆਪਾਂ ਬਚਨ ਪੜ੍ਹਦੇ ਹਾਂ, ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੈ ਕਾ ਮੈਲ ਪਾਏ ਸੀ। ਪਿਤਾ ਜੀ ਤੁਹਾਡੇ ਚਰਨਾਂ ਦੀ ਪ੍ਰੀਤ, ਤੁਹਾਡੇ ਚਰਨਾਂ ਦਾ ਪਿਆਰ ਜੇ ਤੁਹਾਡਾ ਹੁਕਮ ਮੰਨ ਕੇ ਮੈਨੂੰ ਮਿਲਦਾ ਹੈ ਤੇ ਤੁਹਾਡੇ ਹੁਕਮ ਤੋਂ ਆਕੀ ਕਿਉਂ ਹੋਣਾ। ਇੱਕ ਬਚਨ ਆਪਾਂ ਪੜ੍ਹਦੇ ਹਾਂ, ਚਲੋ ਬਾਣੀ ਵਿੱਚੋਂ ਥੋੜਾ ਜਿਹਾ ਆਪਾਂ ਸਮਝ ਲਈਏ ਇਸ ਗੱਲ ਨੂੰ। ਸਤਿਗੁਰੂ ਜੀ ਕਹਿੰਦੇ ਸਿੱਖ ਅਸਲ ਵਿੱਚ ਹੈ ਹੀ ਉਹ ਜਿਹੜਾ ਗੁਰੂ ਦਾ ਹੁਕਮ ਮੰਨਦਾ ਹੈ, ਤੇ ਜਿਹੜਾ ਗੁਰੂ ਦਾ ਹੁਕਮ ਨਹੀਂ ਮੰਨਦਾ ਉਹ ਸਿੱਖ ਥੋੜਾ ਹੁੰਦਾ ਹੈ। ਹਾਂ, ਕੋਈ ਮੇਰੇ ਵਾਂਗ ਇਸ ਤਰ੍ਹਾਂ ਦਾੜਾ ਰੱਖ ਕੇ ਦਸਤਾਰ ਬੰਨ ਕੇ ਤੇ ਆਖੇ ਕਿ ਮੈਂ ਸਿੱਖ ਹਾਂ, ਗੁਰੂ ਦੀ ਗੱਲ ਇੱਕ ਨਾ ਮੰਨਦਾ ਹੋਵੇ, ਸਤਿਗੁਰੂ ਜੀ ਕਹਿੰਦੇ ਨਹੀਂ, ਭੇਖੀ ਮੂੜਾ ਸਿੱਖੇ। ਇਹ ਭੇਖ ਬਣਾ ਕੇ ਇਹਨੇ ਰੱਖਿਆ, ਇਹ ਮੂਰਖਤਾ ਵਾਲੀਆਂ ਗੱਲਾਂ ਨੇ, ਕਿਉਂਕਿ ਇਹਦੇ ਕੋਲ ਹੁਕਮ ਤਾਂ ਇੱਕ ਵੀ ਗੁਰੂ ਦਾ ਨਹੀਂ। ਸਤਿਗੁਰੂ ਜੀ ਕੀ ਡੈਫੀਨੇਸ਼ਨ ਦਿੰਦੇ ਆ ਬਾਣੀ ਦੇ ਅੰਦਰ ਹੁਕਮ ਮੰਨਣ ਵਾਲੇ ਦੀ। ਇੱਕ ਬਚਨ ਆਪਾਂ ਪੜ੍ਹਦੇ ਹਾਂ, ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ। ਉੱਥੇ ਸਤਿਗੁਰੂ ਜੀ ਨੇ ਬੜੀ ਕਮਾਲ ਦੀ ਗੱਲ ਕੀਤੀ ਹੈ। ਸਤਿਗੁਰੂ ਕਹਿੰਦੇ ਆ, ਹੇ ਭਾਈ ਉਹ ਸਿੱਖ ਹੈ, ਬੰਧਪ ਦਾ ਅਰਥ ਹੁੰਦਾ ਰਿਸ਼ਤੇਦਾਰ। ਸੋ ਸਿੱਖ ਸਖਾ ਬੰਧਪ ਹੈ ਭਾਈ, ਸਖਾ ਦਾ ਅਰਥ ਹੁੰਦਾ ਮਿੱਤਰ, ਸਖਾਈ। ਉਹ ਗੁਰੂ ਦਾ ਮਿੱਤਰ ਵੀ ਹੈ, ਉਹ ਗੁਰੂ ਦਾ ਰਿਸ਼ਤੇਦਾਰ ਵੀ ਹੈ, ਉਹ ਗੁਰੂ ਦਾ ਭਰਾ ਵੀ ਹੈ। ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ। ਜਿਹੜਾ ਗੁਰੂ ਦੇ ਭਾਣੇ ਵਿੱਚ ਚੱਲਦਾ ਤੇ ਜਿਹੜਾ ਗੁਰੂ ਦੇ ਭਾਣੇ ਵਿੱਚ ਨਹੀਂ ਚੱਲਦਾ, ਉਹ ਭਾਵੇਂ ਗੁਰੂ ਦਾ ਪੁੱਤਰ ਹੀ ਕਿਉਂ ਨਾ ਹੋਵੇ, ਉਹ ਗੁਰੂ ਦਾ ਪੁੱਤਰ ਨਹੀਂ ਹੋ ਸਕਦਾ। ਫਿਰ ਮੈਂ ਇੱਥੇ ਇੱਕ ਬੇਨਤੀ ਕਰਨੀ ਚਾਹੁੰਦਾ, ਮਾਫ ਕਰਨਾ। ਧੰਨ ਗੁਰੂ ਨਾਨਕ ਮਹਾਰਾਜ ਜੀ ਨੇ ਕਰਤਾਰਪੁਰ ਸਾਹਿਬ ਦੀ ਧਰਤੀ ਵਸਾਈ। ਬੇਨਤੀ ਧਿਆਨ ਨਾਲ ਸੁਣਿਓ, ਕਰਤਾਰਪੁਰ ਸਾਹਿਬ ਦੀ ਧਰਤੀ ਭਾਵੇਂ ਬਾਬਾ ਪ੍ਰਿਥੀਆ ਚੰਦ, ਬਾਬਾ ਮਾਫ ਕਰਨਾ, ਉਹਨਾਂ ਨੇ ਆਪਣੇ ਪੁੱਤਰ ਬਾਬਾ ਸ਼੍ਰੀ ਚੰਦ ਨੂੰ ਭਾਵੇਂ ਦੇ ਦਿੱਤੀ, ਜਾਂ ਆਪਣੇ ਦੂਜੇ ਪੁੱਤਰ ਨੂੰ ਲਖਮੀ ਦਾਸ ਜੀ ਨੂੰ ਦੇ ਦਿੱਤੀ। ਧਰਤੀ ਕਰਤਾਰਪੁਰ ਦੀ ਉਹਨਾਂ ਕੋਲ ਚਲੀ ਗਈ, ਪਰ ਜਿਹੜਾ ਕਰਤਾਰ ਸੀ ਉਹਨਾਂ ਨੇ ਭਾਈ ਲਹਿਣੇ ਨੂੰ ਹੀ ਦਿੱਤਾ। ਨਿਰੰਕਾਰ ਉਹਨਾਂ ਭਾਈ ਲਹਿਣੇ ਨੂੰ ਦਿੱਤਾ। ਤੇ ਮੈਂ ਬੇਨਤੀ ਕਰਾਂ, ਇੱਥੇ ਜਿਹੜੀ ਗੱਲ ਹੈ, ਜਿਹੜੀ ਆਪਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਜੀਵਨ ਵਿੱਚੋਂ ਵੇਖਣੀ ਹੈ, ਗੱਲ ਤਾਂ ਹੁਕਮ ਮੰਨਣ ਦੀ ਹੈ। ਭਾਵੇਂ ਦੌਲਤਾਂ ਬਾਬਾ ਪ੍ਰਿਥੀਆ ਚੰਦ ਲੈ ਲੈ, ਕੋਈ ਫਰਕ ਨਹੀਂ ਪੈਂਦਾ। ਜੇ ਉਹਨੂੰ ਦੌਲਤ ਹੀ ਚੰਗੀ ਲੱਗਦੀ ਹੈ, ਦੌਲਤ ਦੇ ਦਿਓ ਉਹਨੂੰ। ਸਤਿਗੁਰੂ ਕਹਿੰਦੇ ਲੈ ਲੈ ਦੌਲਤ, ਪਰ ਜੇ ਤੂੰ ਗੁਰੂ ਨਾਨਕ ਪਾਤਸ਼ਾਹ ਦਾ ਪਿਆਰ ਕਵੇਂ, ਮੈਂ ਪਿਆਰ ਤੈਨੂੰ ਦੇ ਦਾਂ, ਪਿਆਰ ਗੁਰੂ ਨਾਨਕ ਪਾਤਸ਼ਾਹ ਦੇ ਘਰ ਦਾ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਹੀ ਮਿਲਣਾ। ਇਹ ਅੱਗੇ ਜਾ ਕੇ ਮੈਂ ਆਪ ਜੀ ਦੇ ਨਾਲ ਸਾਂਝੀ ਕਰਦਾ। ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਸਤਿਗੁਰੂ ਜੀ ਕਹਿੰਦੇ ਆ, ਪੁੱਤ ਤੂੰ ਜਾ, ਤੇ ਇੱਕ ਗੱਲ ਚੇਤੇ ਰੱਖੀ, ਜਦੋਂ ਤੱਕ ਮੈਂ ਨਾ ਤੈਨੂੰ ਬੁਲਾਵਾਂ, ਤੂੰ ਉਦੋਂ ਤੱਕ ਲਾਹੌਰ ਦੀ ਧਰਤੀ ਤੋਂ ਆਉਣਾ ਨਹੀਂ। ਹੁਣ ਸਤਿਗੁਰੂ ਜੀ
अपने पिता दा हुक्म मन के लाहौर की धरती ते चले जाते आ। लम्मा समा लंघ जाता है, ना इधरों चिट्ठी ना उधरों चिट्ठी। मन हर वेले सतगुरु जी का गुरु के चरणों में जुड़िया रहिंदा है। जदों मन उदास हुंदा है उदों ही शब्द पढ़ के गुरु नूं याद कर लैंदे आ, उदों ही शब्द पढ़ के गुरु नूं चेते कर लैंदे आ, शब्द दे नालों नहीं टुटदे। इस तरह वक्त जिहड़ा लंघदा जांदा है। इधर जदों सतगुरु जी वापस आउंदे आ, गुरु रामदास महाराज जी के चरणों में आउंदे आ, नमस्कार करते आ। उस तो बाद सतगुरु गुरु रामदास महाराज जी अपने पुत्र गुरु अर्जन देव महाराज नूं कहंदे आ, मैनूं गोइंदवाल साहिब की धरती ते लै जा। गोइंदवाल साहिब की धरती ते लैके जांदे आ। उत्थे गुरु रामदास महाराज जी ज्योति जोत समाउंदे आ। कई इतिहासकार ये लिखते आ, जदों सतगुरु जी नूं गुरता गद्दी मिलनी सी उस वेले कुछ कु भट्ट साहिबान भी उत्थे आए। उत्थे भट्ट साहिबान आए, उन्होंने जदों गुरु अर्जन देव महाराज जी दे अंदर दी निमरता, अंदर दी सहनशीलता नूं वेखिया ते भट्ट साहिबाना ने आख्या, रहे हो संत हो टोल साध वो तेरे डिठे, सन्यासी तपसिया मुखों ए पंडित मिठे। कह लगे बड़े संत वेखिया, बड़े सन्यासी वेखिया, पर धन गुरु अर्जन देव महाराज, धन गुरु रामदास महाराज तेरे पुत्र वर्गा संत दुनिया ते नहीं वेख्या। क्योंकि जो कुछ तेरे पुत्र दे अंदर है वो दुनिया दे किसी गुरु दे अंदर नहीं। ते मैं बेनती करा एक शब्द होर, गुरु अर्जन देव महाराज जी दे नाल जुड़दा है शहीदां दा सरताज। ये शब्द अज तक दी हिस्टरी दे अंदर किसी दे नां नाल नहीं जुड़िया। ते मैं सवेरे भी ये बेनती कीती सी, हालांकि ये शब्द शहीद जिहड़ा है ये मुसलमान धर्म तो आया, पर मुसलमान धर्म ने जदों इहदा पैरामीटर रखिया ना, वो बड़ा छोटा रखिया। इतिहासकार उन्हां दे कहंदे आ कि भी जंग लड़दे मुहम्मद साहब जमीन ते बेहोश होकर डिग गए, ते उस वेले की कीता जांदा सी, इन्नी छेती मरिया नहीं सी गिणिया जांदा। वो की करदे सन, मरे जेड़ा जमीन ते पिया उहदा दंद तोड़ के वेखदे सन, उतों पता लाउंदे सन कि मर गया कि जिउंदा है। कहंदे मुहम्मद साहब ने अपना दंद तड़वा लिया पर सी ना कीती, एक दंद टुटा ते शब्द आया शहीद। चेते रखना, गुरु अर्जन देव महाराज ने असल पैरामीटर जिहड़ा शहीदी दा दिता वो दंद दा नहीं, वो ते बड़ा छोटा पैरामीटर है। सतगुरु जी ने तत्ती तवी ते बैठ के, सतगुरु जी ने उबलदी देग विच बैठ के, तत्ती रेत सीस विच पवा के शहीद दे उस लफ्ज नूं इन्ना उच्चा बना दिता। इस करके असी कहने आ शहीदां दा जेकर कोई सरताज है तो वह सच्चा पातशाह धन गुरु अर्जन देव महाराज है। फिर सतगुरु जी दे चरनां च अरदास करिए। सवेरे भी बेनती कीती सी, गुरु नूं कदी भी व्यक्ति रूप विच ना वेखियो, इस रूप विच वेखियो जिस तरह भट्ट साहिबान वेखदे आ, भन मथुरा कच्छ भेद नहीं। गुर अर्जन परतक हर पंक्ति तुहाडे सामने लगी है, उहदे विच भी यही बचन है, जपियो जिन अर्जुन देव गुरु पिर संकट जोन, गर्भ न आयो। उन्हों निरंकार के रूप में वेखांगे ते निरंकार उस संसार भवजल तो पार करेगा। गुरु अर्जन देव महाराज जी के प्रकाश दिखाड़े दियां आप सब संगतां नूं फिर दोबारा तो लख लख वधाइयां होण। सिर्फ एक पंछी झात तुहाडे नाल मैं सांझी कीती है। ये विचार करदिआं बेअंत भुल्लां चुक्कां हो जांदियां ने। सतगुरु जी गुरु की संगत बख्शणहार है जी, बख्श देना मेरियां भुल्लां दी खिमा। वाहिगुरू जी का खालसा, वाहिगुरू जी की फतेह। राम